ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਨ ਮਲਾਹੋ ਜਿਮ ਤਰੀ ਪਰਮੰਤੀ। ਇਹ ਜਿਹੜਾ ਬਚਨ ਮਾਤਾ ਨਾਨਕੀ ਜੀ ਨੇ ਪੱਤਰਕਾ ਦੇ ਵਿੱਚ ਲਿਖ ਕੇ ਭੇਜੇ ਵੀ ਜਿਸ ਤਰ੍ਹਾਂ ਮਲਾਹ ਤੋਂ ਬਗੈਰ ਬੈੜੀ ਡੂੰਘੇ ਪਾਣੀ ਦੇ ਵਿੱਚ ਚੱਲਣ ਦੇ ਬਾਵਜੂਦ ਵੀ ਬੜੀਆਂ ਘੁੰਮਣ ਘੇਰੀਆਂ ਦੇ ਵਿੱਚ ਪੈ ਜਾਂਦੀ ਹੈ। ਨ੍ਰਿਪਤ ਦੁਰੇ ਨਹਿ ਚਮੂ ਥਿਰੰਤੀ। ਅਗਰ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਮੈਦਾਨੇ ਜੰਗ ਦੇ ਵਿੱਚ ਆ ਗਈਆਂ, ਜੇਕਰ ਰਾਜਾ ਹੀ ਅਲੋਪ ਹੋ ਜਾਏ ਫਿਰ ਉਹਨਾਂ ਦੀ ਅਗਵਾਈ ਕੌਣ ਕਰ ਸਕਦਾ ਹੈ। ਤਥਾ ਸੰਗਤਾਂ ਬਹੁ ਕੁਲਾਈ। ਇਸੇ ਤਰ੍ਹਾਂ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਬੇ ਬਕਾਲੇ 'ਚ ਪਹੁੰਚੇ ਹੋਏ ਗੁਰ ਸਿੱਖ ਇਹ ਵੀ ਵਿਚਾਰੇ ਬੜੇ ਵਿਆਕਲ ਹੋ ਚੁੱਕੇ ਹਨ। ਕਰ ਡੇਰੇ ਉਤਰੀ ਸਮੁਦਾਈ। ਪ੍ਰੇਮੀਆਂ ਨੇ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕਰਕੇ ਥਾਂ ਥਾਂ 'ਤੇ ਬਾਬੇ ਬਕਾਲੇ ਦੇ ਚਾਰੇ ਪਾਸੇ ਵੱਡੇ ਵੱਡੇ ਤੰਬੋਲ ਵੀ ਲਗਾ ਲਏ ਹਨ। ਨਿਰਨੈ ਗੁਰੂ ਹੋਏ ਇਮ ਚਾਹੈ। ਸਾਰੇ ਮਨ ਦੇ ਵਿੱਚ ਚਾਹੁੰਦੇ ਤਾਂ ਜ਼ਰੂਰ ਨੇ ਵੀ ਨੌਵੇਂ ਥਾਂ 'ਤੇ ਭਾਰੀ ਗੁਰੂ ਕਿਤੇ ਪ੍ਰਗਟ ਹੋ ਜਾਏ, ਸਾਡੇ ਸਾਰਿਆਂ ਦੇ ਪਰਮ ਉਸੇ ਵਕਤ ਦੂਰ ਹੋ ਜਾਣੇ ਹਨ। ਹਿਤ ਦਰਸ਼ਨ ਕੇ ਹਿਰਦੈ ਉਮਾਹੈ। ਪ੍ਰੇਮੀਆਂ ਦੇ ਮਨ ਦੇ ਵਿੱਚ ਦਰਸ਼ਨ ਕਰਨ ਦੀ ਬੜੀ ਲਾਲਸਾ, ਬੜਾ ਉਤਸ਼ਾਹ ਵੀ ਵੱਧ ਚੁੱਕਿਆ ਹੈ। ਮਮ ਸੁਤ ਨਹਿ ਨਿਕਸਹਿ ਰਹਿ ਕਰੇ। ਮਾਤਾ ਨਾਨਕੀ ਜੀ ਨੇ ਇਹ ਸਾਰੀ ਵਾਰਤਾ ਲਿਖ ਦਿੱਤੀ ਵੀ ਮੇਰਾ ਸਾਹਿਬਜ਼ਾਦਾ ਤਾਂ ਕਦੇ ਬਾਹਰ ਨਿਕਲਦਾ ਹੀ ਨਹੀਂ। ਇਹ ਤਾਂ ਹਰ ਵਕਤ 4 ਫੁੱਟ 10 ਇੰਚ ਨਿੱਕਾ ਜਿਹਾ ਜਿਹੜਾ ਭੋਰਾ ਸੀ ਉਹਦੇ ਵਿੱਚ ਹੀ ਹਰ ਵਕਤ ਬੈਠੇ ਰਹਿੰਦੇ ਹਨ। ਨਹਿਨ ਜਨਾਏ ਆਪਨ ਪਾਉ ਕਰੇ। ਕਦੇ ਵੀ ਇਹਨਾਂ ਨੇ ਆਪਣਾ ਆਪ ਸੰਗਤਾਂ ਦੇ ਵਿੱਚ ਜੜਾਉਣਾ ਨਹੀਂ ਕੀਤਾ ਹੈ। ਆਪ ਆਏ ਕਰ ਸਕਲ ਨਿਹਾਰੋ। ਮਾਤਾ ਨਾਨਕੀ ਜੀ ਨੇ ਬੇਨਤੀਆਂ ਕੀਤੀਆਂ ਵੀ ਤੁਸੀਂ ਪਹਿਲਾਂ ਇੱਥੇ ਬਾਬੇ ਕਾਲੇ ਦੇ ਵਿੱਚ ਸੰਗਤਾਂ ਦੀ ਦਸ਼ਾ ਵੀ ਸਾਹਮਣੇ ਦੇਖ ਸਕਦੇ ਹੋ। ਹਿਰਦੈ ਅਨੁਚਿਤੈ ਉਚਿਤ ਵਿਚਾਰੋ। ਜਦੋਂ ਗੁਰ ਸਿੱਖਾਂ ਦੀ ਦੁਖਦਾਈ ਹਾਲਤ ਦਾ ਪਤਾ ਲੱਗ ਗਿਆ, ਜ਼ੋਗ ਅਜ਼ੋਗ ਦੀ ਤੁਸੀਂ ਆਪਣੇ ਆਪ ਹੀ ਵਿਚਾਰ ਕਰ ਲੈਣੀ ਹੈ। ਕਰੋ ਸਥਾਪਨ ਮਿਟ ਹੈ ਰੌਰਾ। ਜਦੋਂ ਪੂਰਾ ਗੁਰੂ ਸਿੰਘਾਸਣ 'ਤੇ ਬਹਿ ਗਿਆ, ਆ ਜਿਹੜੇ ਖਿੱਚਾ ਧੂਹੀ ਦੇ ਸਾਰੇ ਰੌਲੇ ਗੋਲੇ ਉਸੇ ਟਾਈਮ ਮਿਟ ਜਾਣੇ ਹਨ। ਪਰਖੋ ਨਿਜ ਹੌਰਾ ਅਰ ਗੌਰਾ। ਜਿਹੜਾ ਹੌਲਾ ਤੇ ਭਾਰਾ ਉਹਨਾਂ ਦੀ ਵੀ ਤੁਸੀਂ ਆਪਣੇ ਆਪ ਹੀ ਆ ਕਰਕੇ ਭਰਕ ਲੈਣੀ ਹੈ ਵੀ ਕਿਹੜੇ ਕੱਚੇ ਤੇ ਇਹਨਾਂ ਦੇ ਵਿੱਚੋਂ ਕਾਮਲ ਗੁਰੂ ਕਿਹੜਾ ਹੋ ਸਕਦਾ ਹੈ। ਪਠਤ ਦਵਾਰਕਾ ਦਾਸ ਹੁਲਾਸੇ। ਇਹ ਜਿਹੜੀ ਚਿੱਠੀ ਪੱਤਰਕਾ ਬਾਬਾ ਦਵਾਰਕਾ ਦਾਸ ਜੀ ਨੇ ਬੜੇ ਪ੍ਰੇਮ ਦੇ ਨਾਲ ਵੀ ਪੜ੍ਹ ਲਈ ਹੈ। ਹਿਤ ਚਲਬੇ ਕਹੋ ਬਾਕ ਬਿਲਾਸੇ। ਉਸੇ ਵਕਤ ਆਪ ਬਾਬਾ ਦਵਾਰਕਾ ਦਾਸ ਜੀ ਬਾਲੇ ਬਾਬੇ ਬਕਾਲੇ ਦੇ ਵੱਲ ਚੱਲਣ ਦੇ ਲਈ ਤਿਆਰ ਹੋ ਗਏ ਹਨ। ਭਾਈ ਗੜੀਆ ਸਿੱਖ ਪੁਰਾਤਨ। ਭਾਈ ਗੜੀਆ ਜੀ ਇਹਨਾਂ ਨੇ ਬੜੇ ਲੰਮੇ ਅਰਸੇ ਤੋਂ ਗੁਰ ਸਿੱਖੀ ਧਾਰਨ ਕੀਤੀ ਹੈ। ਸਤਿਗੁਰੂ ਜੀ ਦੇ ਦਰ ਕਰਦੀ ਮਰਜ਼ਾਦਾ ਨੂੰ ਵੀ ਭਾਈ ਗੜੀਆ ਜੀ ਭਲੀ ਪ੍ਰਕਾਰ ਜਾਣਨ ਵਾਲੇ ਹਨ। ਜਾਨਤ ਗੁਰ ਘਰ ਕੀ ਸਭ ਬਾਤਨ। ਇਹਨਾਂ ਨੇ ਪਹਿਲਾਂ ਤੋਂ ਹੀ ਸਤਿਗੁਰੂ ਜੀ ਦੇ ਬੜੇ ਕਾਤਕ ਬੜੀ ਲੀਲਾ ਆਪਣੇ ਨੇਤਰਾਂ ਦੇ ਸਾਹਮਣੇ ਦੇਖੀ ਹੋਈ ਹੈ। ਤੇਹ ਕੋ ਲੈ ਕਰ ਸੰਗ ਸਿਧਾਏ। ਬਾਬਾ ਦਵਾਰਕਾ ਦਾਸ ਜੀ ਨੇ ਭਾਈ ਗੜੀਆ ਜੀ ਨੂੰ ਵੀ ਆਪਣੇ ਨਾਲ ਹੀ ਤੋਰ ਲਿਆ ਸੀ। ਅਪਰ ਭਰਾਤ ਭ੍ਰਿਤ ਲੈ ਸਮੁਦਾਏ। ਪਰਿਵਾਰ ਦੇ ਵਿੱਚੋਂ ਹੋਰ ਕਈ ਆਪਣੇ ਪੁੱਤ ਔਰ ਨੌਕਰ ਚਾਕਰ ਵੀ ਬਾਬਾ ਦਵਾਰਕਾ ਦਾਸ ਜੀ ਨੇ ਸੇਵਾ ਵਾਸਤੇ
ਨਾਲ ਤਿਆਰ ਕਰ ਲਏ ਹਨ। ਜਾਏ ਪਹੁੰਚੇ ਨਿਕਟ ਬਕਾਲੇ। ਜਦੋਂ ਬਾਬਾ ਦੁਆਰਕਾ ਦਾਸ ਜੀ ਚਲਦਿਆਂ ਬਾਬੇ ਬਕਾਲੇ ਨਗਰ ਦੇ ਬਹੁਤ ਨੇੜੇ ਪਹੁੰਚ ਗਏ ਹਨ। ਗ੍ਰਾਮ ਪਰਵੇਸ਼ਨ ਪੱਗ ਨਹਿ ਚਾਲੇ। ਪਰ ਹੁਣ ਬਾਬੇ ਬਕਾਲੇ ਦੇ ਵਿੱਚ ਪ੍ਰਵੇਸ਼ ਹੋਣ ਦੇ ਲਈ ਬਾਬਾ ਦੁਆਰਕਾ ਦਾਸ ਜੀ ਦਾ ਚਰਨ ਜਿਹੜਾ ਅੱਗੇ ਨੂੰ ਨਹੀਂ ਉੱਠਦਾ ਸੀ। ਖਰੇ ਵਿਚਾਰਤ ਚਿਤ ਉਪਜਾਵੈ। ਬਾਹਰਲੇ ਪਾਸੇ ਬਾਬੇ ਬਕਾਲੇ ਤੋਂ ਖੜਿਆ ਹੋ ਕਰਕੇ ਬਾਬਾ ਦੁਆਰਕਾ ਦਾਸ ਜੀ ਬੜੀਆਂ ਵਿਚਾਰਾਂ ਕਰਨ ਲੱਗ ਪਏ ਹਨ। ਜੇ ਘਰ ਤੇਗ ਬਹਾਦਰ ਜਾਵੈ। ਸੋਚਿਆ ਵੀ ਜੇ ਮੈਂ ਸਿੱਧਾ ਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਸ ਪਹੁੰਚ ਜਾਵਾਂਗਾ। ਧੀਰ ਮਲ ਮਾਨੀ ਅਨਖੈ ਹੈ। ਇਹ ਦੇ ਕਰਕੇ ਬਾਬਾ ਧੀਰਮਲ ਜੀ ਇਹ ਬੜੇ ਅਣਖਿਲੇ ਤੇ ਬਹੁਤ ਹੀ ਕ੍ਰੋਧੀ ਸੁਭਾਅ ਦੇ ਹਨ। ਬਾਬਾ ਦੁਆਰਕਾ ਦਾਸ ਜੀ ਤਾਂ ਪਹਿਲਾਂ ਤੋਂ ਹੀ ਜਾਣਨ ਵਾਲੇ ਨੇ ਵੀ ਜੇ ਮੈਂ ਉੱਧਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਸ ਚਲਿਆ ਗਿਆ, ਬਾਬਾ ਧੀਰਮਲ ਜੀ ਦੇ ਮਨ ਦੇ ਅੰਦਰ ਗੁੱਸਾ ਧਾਪੀ ਪੈਦਾ ਹੋਣਾ ਵੀ ਇਹਨਾਂ ਨੇ ਮੇਰਾ ਗੁਰੂ ਪੜਾਈ ਆ ਕਰਕੇ ਸੰਗਤਾਂ ਦੇ ਵਿੱਚ ਬੜਾ ਫਿੱਕਾ ਪਾ ਦਿੱਤਾ ਹੈ। ਉਹਦੇ ਮਨ ਦੇ ਅੰਦਰ ਬੜੀ ਨਾਰਾਜ਼ਗੀ ਪੈਦਾ ਹੋ ਜਾਣੀ ਹੈ। ਆਪਨ ਆਪ ਜੋ ਵੱਡਾ ਕਹਿ ਹੈ। ਆਪਨ ਆਪ ਜੋ ਵੱਡਾ ਕਹੈ। ਬਾਬਾ ਧੀਰਮਲ ਜੀ ਸੰਗਤਾਂ ਦੇ ਵਿੱਚ ਆਪਣੇ ਆਪ ਨੂੰ ਸਾਰਿਆਂ ਨਾਲੋਂ ਵੱਡੇ ਗੁਰੂ ਅਖਵਾਉਣ ਲੱਗ ਪਏ ਸਨ। ਜੇਕਰ ਧੀਰ ਮਲ ਕੇ ਜਾਏ। ਹੁਣ ਜੇਕਰ ਮੈਂ ਬਾਬਾ ਧੀਰਮਲ ਜੀ ਦੇ ਪਾਸ ਜਾ ਕਰਕੇ ਦਰਸ਼ਨ ਕਰਾਂਗਾ, ਬਿਨਾ ਜੋਗਤਾ ਇਹ ਲਖ ਪਾਏ। ਉਹਨਾਂ ਦੇ ਪਾਸ ਜਾਣਾ ਮੇਰੇ ਲਈ ਬੜੀ ਅਜੋਗ ਵਾਰਤਾ ਸਾਹਮਣੇ ਦਿਸ ਰਹੀ ਹੈ। ਹਮਕੋ ਦੋਨੋਂ ਸਦਨ ਸਮਾਨ। ਬਾਬਾ ਦੁਆਰਕਾ ਦਾਸ ਜੀ ਸੋਚਣ ਲੱਗ ਪਏ ਵੀ ਸਾਡੇ ਵਾਸਤੇ ਤਾਂ ਦੋਵੇਂ ਜਿਹੜੇ ਘਰ ਦੋਵੇਂ ਪਰਿਵਾਰ ਇੱਕੋ ਹੀ ਬਰਾਬਰ ਹਨ। ਸਾਡੇ ਮਨ ਦੇ ਵਿੱਚ ਕੋਈ ਵੀ ਫਰਕ ਨਹੀਂ ਪਾਇਆ ਜਾਂਦਾ, ਚਾਹੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਚਾਹੇ ਬਾਬਾ ਧੀਰਮਲ ਜੀ। ਅਸੀਂ ਤਾਂ ਇਹਨਾਂ ਨੂੰ ਗੁਰੂ ਕੀ ਅੰਸ਼ ਬਾਸਾ ਜਾਣਦੇ ਹੋਇਆ ਆਪਣੇ ਵੱਲੋਂ ਬੜਾ ਸਤਿਕਾਰ ਕਰਦੇ ਹਾਂ। ਬੈਠ ਰਹੇ ਇਮ ਗਿਣਤੀ ਠਾਨ। ਉਹ ਸਮੇਂ ਬਾਬਾ ਦੁਆਰਕਾ ਦਾਸ ਜੀ ਬਾਬੇ ਬਕਾਲੇ ਤੋਂ ਬਾਹਰ ਹੀ ਬੈਠ ਗਏ ਹਨ। ਕੇਤਕ ਕਾਲ ਬਿਤਾਏ ਤਹਾਂ ਸੋ। ਜਦੋਂ ਉੱਥੇ ਬੈਠਿਆਂ ਹੋਇਆਂ ਨੂੰ ਥੋੜਾ ਜਿਹਾ ਟਾਈਮ ਬਤੀਤ ਹੋ ਗਿਆ ਸੀ। ਬੋਲਿਓ ਤਬ ਹੈ ਦੁਆਰਕਾ ਦਾਸ। ਉਹ ਸਮੇਂ ਬਾਬਾ ਦੁਆਰਕਾ ਦਾਸ ਜੀ ਆਪਣੇ ਨਾਲ ਦੇ ਸੇਵਕ ਦਾਸਾਂ ਔਰ ਭਾਈ ਗੜੀਆ ਜੀ ਨੂੰ ਕਹਿ ਲੱਗੇ ਹਨ, ਭੋ ਗੜੀਆ ਤੂੰ ਸਿੱਖ ਪੁਰਾਨੋ। ਭਾਈ ਗੜੀਆ ਜੀ ਤੋਂ ਬੜਾ ਪੁਰਾਣਾ ਸਤਿਗੁਰੂ ਜੀ ਦੇ ਦਰ ਘਰ ਦਾ ਸੇਵਕ ਦਾਸ ਬਣਿਆ ਹੋਇਆ ਹੈ ਤੇ ਸੇਵਾ ਔਰ ਭਗਤੀ ਦਾ ਬੜਾ ਆਨੰਦ ਵੀ ਪ੍ਰਾਪਤ ਕੀਤਾ ਹੈ। ਅਦਕ ਚਰਿਤਰ ਗੁਰਨ ਕੋ ਜਾਨੋ। ਤੇ ਬੜੇ ਜਿਹੜੇ ਕੌਤਕ ਸਤਿਗੁਰੂ ਜੀ ਦੇ ਆਪਣੇ ਜੀਵਨ ਦੌਰਾਨ ਦੇਖੇ ਹਨ। ਕਿਸੂ ਵਸਤ ਕੀ ਗਿਣਤ ਨਾ ਕਰੀਏ ਹੈ। ਤੇ ਕੋਈ ਵੀ ਇਹੋ ਮਨ ਦੇ ਵਿੱਚ ਦਵੈਸ਼ ਵਾਲੀ ਜਿਹੜੀ ਗਿਣਤੀ ਮਿਣਤੀ ਨਹੀਂ ਕਰਨੀ ਹੈ। ਜਪ ਮੋਹ ਲਿਖਿਓ ਸੋ ਹਿਰਦੈ ਵਿਚਰੀਏ ਹੈ। ਉਹ ਸਮੇਂ ਭਾਈ ਗੜੀਆ ਜੀ ਬਾਬਾ ਦੁਆਰਕਾ ਦਾਸ ਜੀ ਤੋਂ ਸੁਣ ਕੇ ਸਮਝਾਉਣ ਲੱਗੇ ਵੀ ਕਾਹਨੂੰ ਐਵੇਂ ਮਨ ਦੇ ਵਿੱਚ ਤੁਹਾਡੇ ਹੋ ਜੀ ਦੁਬਿਧਾ ਪੈਦਾ ਹੋ ਚੁੱਕੀ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਤੁਸੀਂ ਪਹਿਲਾਂ ਗੁਰੂ ਬਾਬਾ ਜੀ ਦੇ ਬਚਨਾਂ ਨੂੰ ਆਪਣੇ ਮਨ ਦੇ ਅੰਦਰ ਯਾਦ ਕਰੋ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਜਿਵੇਂ ਪਰਮਾਤਮਾ ਨੂੰ ਕਿਸੇ ਨੇ ਥਾਪਿਆ ਨਹੀਂ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਨਾ ਉਸ ਨੂੰ ਕਿਸੇ ਨੇ ਪੰਜਾਂ ਤੱਤਾਂ ਦੁਆਰਾ ਉਹਦਾ ਕੋਈ ਇਹੋ ਜਿਹਾ ਸਰੀਰ ਵੀ ਨਹੀਂ ਤਿਆਰ ਕੀਤਾ ਹੈ
ਥਾਪਿਆ ਨਾ ਜਾਂ ਕੀਤਾ ਨਾ ਹੋਏ। ਇਹ ਬਚਨ ਉਸ ਸਮੇਂ ਬਾਬਾ ਦਵਾਰਕਾ ਦਾਸ ਜੀ ਦੇ ਮਨ ਦੇ ਅੰਦਰ ਵੀ ਪੈਦਾ ਹੋ ਗਏ ਸਨ। ਆਪੇ ਆਪ ਨਿਰੰਜਨ ਸੋਏ। ਆਪੇ ਆਪ ਨਿਰੰਜਨ ਸੋਏ। ਜਿਹੜਾ ਭਗਵਾਨ ਅਨਾਦਿ ਕਾਲ ਤੋਂ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੈਸ, ਉਹ ਅਨਾਦਿ ਕਾਲ ਤੋਂ ਜਿਹਨੇ ਆਪਣਾ ਇੱਕੋ ਹੀ ਜਿਹੜਾ ਰੂਪ ਧਾਰਨ ਕੀਤਾ ਹੋਇਆ, ਆਪੇ ਆਪ ਨਿਰੰਜਨ ਸੋਚਦਾ ਆਪਣੇ ਆਪ ਹੀ ਸੋਤੈ ਪ੍ਰਕਾਸ਼ ਹੈ। ਤੇਗ ਬਹਾਦਰ ਗੁਰ ਹੈ ਸਾਚੋ। ਉਸ ਸਮੇਂ ਬਾਬਾ ਦਵਾਰਕਾ ਦਾਸ ਜੀ ਕਹਿਣ ਲੱਗੇ ਵੀ ਦਰਅਸਲ ਸੱਚੇ ਗੁਰੂ ਤਾਂ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ। ਕੌਣ ਹਟਾਏ ਸਕਹਿ ਤਿਹ ਕਾਚੋ। ਜਿਹੜੇ ਕੱਚੇ ਪਹਿਲੇ ਉਹਨਾਂ ਨੂੰ ਗੁਰਤਾ ਗੱਦੀ ਦੇ ਮਾਲਕ ਹੋਣ ਤੋਂ ਹੈ ਕਿਵੇਂ ਹਟਾ ਸਕਦੇ ਹਨ। ਇੱਕ ਦਿਨ ਜ਼ਰੂਰ ਇਹਨਾਂ ਨੂੰ ਗੁਰਤਾ ਗੱਦੀ ਤਾਂ ਪ੍ਰਾਪਤ ਹੋ ਹੀ ਜਾਣੀ ਹੈ। ਕਿਸ ਤੇ ਥਾਪਿਓ ਜਾਏ ਨਾ ਸੋਏ। ਉਹਨਾਂ ਨੂੰ ਕੋਈ ਆਪਣੇ ਆਪ ਗੁਰਤਾ ਗੱਦੀ ਬਖਸ਼ ਨਹੀਂ ਸਕਦਾ। ਜਦੋਂ ਇਹੋ ਜਿਹੀ ਕਲਾ ਵਰਤ ਗਈ ਆਪਣੇ ਆਪ ਹੀ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ। ਆਪੇ ਆਪ ਕਰੈ ਸੋ ਹੋਏ। ਇਹ ਸਾਰੀ ਜਿਹੜੀ ਲੀਲਾ ਉਹਨਾਂ ਦੀ ਮੌਤ ਦੇ ਵਿੱਚ ਹੀ ਵਰਤ ਰਹੀ ਹੈ। ਤਜ ਗਿਣਤੀ ਤਿਨਕੇ ਘਰ ਚੱਲੀਏ ਹੈ। ਉਸ ਬਾਤ ਤੋਂ ਸਾਰੀਆਂ ਗਿਣਤੀਆਂ ਹੀ ਬਾਬਾ ਦਵਾਰਕਾ ਦਾਸ ਜੀ ਨੇ ਤਿਆਗ ਦਿੱਤੀਆਂ। ਸਿੱਧੇ ਬਾਬਾ ਮਾਤਾ ਨਾਨਕੀ ਜੀ ਦੇ ਪਾਸ ਜਾਣ ਵਾਸਤੇ ਤਿਆਰ ਹੋ ਗਏ ਸੀ। ਪੂਰਬ ਪਹੁੰਚ ਨਾਨਕੀ ਮਿਲੀਏ ਹੈ। ਵੀ ਆਪਾਂ ਸਭ ਤੋਂ ਪਹਿਲਾਂ ਜਾ ਕਰਕੇ ਮਾਤਾ ਨਾਨਕੀ ਜੀ ਦੇ ਦਰਸ਼ਨ ਕਰਨੇ ਹਨ। ਏਵ ਪਰਸ ਪਰਮਤ ਕੋ ਕਰ ਕੈ। ਉਸੇ ਵਕਤ ਪਾਈ ਗੜੀਆ ਜੀ ਦੇ ਨਾਲ ਬਾਬਾ ਦਵਾਰਕਾ ਦਾਸ ਜੀ ਨੇ ਹੋ ਜੇ ਬਚਨ ਬਲਾਸ ਕੀਤੇ ਸੀ। ਗ੍ਰਾਮ ਪਰਵੇਸ਼ੇ ਹਰਖ ਸੋ ਧਰ ਕੈ। ਬੜੇ ਆਨੰਦ ਦੇ ਸਹਿਤ ਬਾਬਾ ਦਵਾਰਕਾ ਦਾਸ ਜੀ ਅੱਗੇ ਬਾਬੇ ਬਕਾਲੇ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਸ੍ਰੀ ਗੁਰੂ ਤੇਗ ਬਹਾਦਰ ਘਰੇ। ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਛੋਟੇ ਜਿਹੇ ਭੋਰੇ ਦੇ ਵਿੱਚ ਅੰਦਰ ਹੋ ਕਰਕੇ ਬੈਠੇ ਸਨ। ਜਾਏ ਨਾਨਕੀ ਦਰਸ਼ਨ ਕਰੇ। ਪਹਿਲਾਂ ਜਾ ਕਰਕੇ ਮੇਰੇ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਮਹਿਲ ਉਹਨਾਂ ਦੇ ਦਰਸ਼ਨ ਕੀਤੇ ਹਨ। ਸ੍ਰੀ ਗੁਰੂ ਅਮਰ ਅੰਸ ਕੋ ਜਾਣੈ। ਜਦੋਂ ਮਾਤਾ ਨਾਨਕੀ ਜੀ ਨੇ ਦੇਖਿਆ ਵੀ ਮੇਰੀ ਬੇਨਤੀ ਮੰਨ ਕਰਕੇ ਜੋ ਸਤਿਗੁਰੂ ਅਮਰਦਾਸ ਮਹਾਰਾਜ ਦੀ ਅੰਸ ਮਸਨ ਹੈ, ਉਹ ਆਪ ਬੜੇ ਸਤਿਕਾਰਯੋਗ ਬਾਬਾ ਦਵਾਰਕਾ ਦਾਸ ਜੀ ਚੱਲ ਕਰਕੇ ਪਹੁੰਚ ਗਏ ਹਨ। ਦੇਖਤ ਉੱਠੀ ਬੰਦਨਾ ਠਾਨੈ। ਮਾਤਾ ਨਾਨਕੀ ਜੀ ਨੇ ਵੀ ਆਪ ਖੜਿਆ ਹੋ ਕਰਕੇ ਬਾਬਾ ਦਵਾਰਕਾ ਦਾਸ ਜੀ ਦਾ ਬੜਾ ਮਾਣ ਕੀਤਾ ਸੀ। ਭਾਈ ਗੜੀਏ ਬੰਦਨ ਕੀਨ। ਭਾਈ ਗੜੀਏ ਨੇ ਮਾਤਾ ਨਾਨਕੀ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਗੁਰਸਿੱਖ ਕੋ ਆਸ਼ਿਕ ਬਹੁ ਦੀਨ। ਉਸ ਸਮੇਂ ਮਾਤਾ ਨਾਨਕੀ ਜੀ ਨੇ ਆਪਣੇ ਵੱਲੋਂ ਖੁਸ਼ ਹੋ ਕੇ ਭਾਈ ਗੜੀਆ ਜੀ ਨੂੰ ਬੜੀਆਂ ਸੀਸਾਂ ਵੀ ਬਖਸ਼ ਦਿੱਤੀਆਂ ਹਨ। ਸਾਦਰ ਬੈਠ ਗਏ ਹਰਖਾਏ। ਜਦੋਂ ਬਾਬਾ ਦਵਾਰਕਾ ਦਾਸ ਭਾਈ ਗੜੀਆ ਜੀ ਬਹੁਤ ਪ੍ਰਸੰਨ ਹੋ ਕਰਕੇ ਬੈਠ ਗਏ ਹਨ। ਕੁਛਲ ਪ੍ਰਸੰਨ ਕਰ ਕਰ ਬਹੁ ਭਾਏ। ਉਸ ਬਾਤ ਮਾਤਾ ਨਾਨਕੀ ਜੀ ਨੇ ਜਿਹੜੇ ਮਨੋਰ ਦੇ ਲਈ ਆਪਣੇ ਵੱਲੋਂ ਚਿੱਠੀ ਪੱਤਰ ਕਾ ਲੈ ਕਰਕੇ ਭੇਜੀ ਹੈ। ਗੜੀਏ ਕੀਨਸ ਬਾਕ ਬਿਲਾਸ। ਭਾਈ ਗੜੀਆ ਜੀ ਦੇ ਨਾਲ ਬੜੇ ਬਚਨ ਬਿਲਾਸ ਬੈਠ ਕਰਕੇ ਕੀਤੇ ਹਨ। ਜੇ ਗੁਰ ਪ੍ਰਗਟ ਹੈ ਤੁਮਹੁ ਆਵਾਸ। ਭਾਈ ਗੜੀਆ ਜੀ ਮਾਤਾ ਜੀ ਦਾ ਨਾ ਇੱਕ ਬੜਾ ਅਦਬ ਸਤਿਕਾਰ ਕਰਦਿਆਂ ਹੋਇਆਂ ਇੱਕ ਹਾਸ ਬਲਾ ਦੇ ਵਿੱਚ ਆ ਕਰਕੇ ਕਹਿਣ ਲੱਗੇ, ਮਾਤਾ ਜੀ ਅਗਰ ਤੁਹਾਡੇ ਘਰ ਦੇ ਵਿੱਚੋਂ ਗੁਰੂ ਜੀ ਕਿਤੇ ਪ੍ਰਗਟ ਹੋ ਗਏ, ਤੁਹਾਡੇ ਲਾਨ ਹੋਏ
ਗੁਰਤਾ ਗਦੀ ਜਦੋਂ ਕਿਤੇ ਪ੍ਰਾਪਤ ਹੋ ਜਾਏਗੀ। ਸਤ ਸੰਗਤ ਧਨ ਕੇ ਤਿਕ ਦੇਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਸੰਗਤਾਂ ਦੀ ਸੇਵਾ ਵਾਸਤੇ ਤੁਸੀਂ ਕਿਤਨੀ ਕਮਾਇਆ, ਕਿਤਨਾ ਧਨ ਖਰਚ ਕਰਨਾ ਹੈ। ਕਰੋ ਅਚਾਵਨ ਮਾਤਾ ਕਹੋ। ਇਹ ਮਾਤਾ ਜੀ ਫਿਰ ਬੜੇ ਸਵਾਦ ਹੈ, ਨਾਨਾ ਪ੍ਰਕਾਰ ਦੇ ਭੋਜਨ ਆਪਾਂ ਨੇ ਨਾ ਫਿਰ ਸੰਗਤਾਂ ਨੂੰ ਵੀ ਪੰਗਤਾਂ ਦੇ ਵਿੱਚ ਬਿਠਾ ਕਰਕੇ ਛਕਾਉਣੇ ਹਨ। ਜਨਨੀ ਕੋ ਸੁਨ ਮਨ ਹਰਖਾਨਾ। ਇਹ ਸੁਣ ਕਰਕੇ ਮਾਤਾ ਨਾਨਕੀ ਜੀ ਦਾ ਮਨ ਬੜਾ ਪ੍ਰਸੰਨ ਹੋ ਗਿਆ ਸੀ। 10,000 ਦੇਵਨ ਕੋ ਮਾਨਾ। ਭਾਈ ਗੜੀਆ ਜੀ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਖਾਣ ਪੀਣ ਦਾ ਲੋਭ ਲਾਲਚ ਨਹੀਂ ਭਰਿਆ ਹੋਇਆ। ਉਹ ਤਾਂ ਇੱਕ ਮਾਤਾ ਜੀ ਨੂੰ ਆਪਣੀ ਮਾਂ ਦੇ ਸਮਾਨ ਜਾਣਦੇ ਹੋਏ ਆ, ਜਿਵੇਂ ਹਾਸ ਬਲਾ ਦੇ ਵਿੱਚ ਆ ਕਰਕੇ ਬੇਨਤੀ ਕੀਤੀ ਵੀ ਜੇ ਕਿਤੇ ਤੁਹਾਡੇ ਘਰ ਦੇ ਵਿੱਚ ਆਈ ਨੌਵੇਂ ਤਾਂ ਤੇ ਗੁਰੂ ਪ੍ਰਗਟ ਹੋ ਗਏ। ਫਿਰ ਸੰਗਤਾਂ ਦੀ ਸੇਵਾ ਵਾਸਤੇ ਦੱਸੋ ਕਿਤਨੀ ਕਾ ਤੁਸੀਂ ਮਾਇਆ ਖਰਚ ਕਰਨੀ ਹੈ। ਗੜੀਏ ਧਾਰ ਆਨੰਦ ਬਿਲੰਦ। ਇਹ ਸੁਣ ਕਰਕੇ ਮਾਤਾ ਜੀ ਕਹਿ ਲਗੇ ਵੀ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੋਗੀ ਨਾ, ਫਿਰ ਮੈਂ 10,000 ਰੁਪਇਆ ਸੰਗਤਾਂ ਦੀ ਸੇਵਾ ਦੇ ਉੱਪਰ ਹੀ ਲਗਾ ਦੇਣਾ ਹੈ। ਕਰ ਅਰਦਾਸ ਹਾਥ ਦਵੈ ਬੰਦ। ਤੋ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਆਪਣੇ ਵੱਲੋਂ ਵੀ ਅਰਦਾਸ ਬੇਨਤੀ ਕਰ, ਸ਼ਾਇਦ ਤੇਰੀ ਕੀਤੀ ਦੁਆ ਵੀ ਪੂਰੀ ਹੋ ਸਕਦੀ ਹੈ। ਤਬ ਗੁਰ ਅੰਸ਼ ਦਵਾਰਕਾ ਦਾਸ। ਉਹ ਸਮੇਂ ਜੋ ਗੁਰੂ ਕੀ ਕੁਲ ਬਾਬਾ ਦਵਾਰਕਾ ਦਾਸ ਜੀ ਸਾਰੇ ਹੀ ਮਿਲ ਕਰ ਕੇ ਕੁੰਕਮ ਨਾਲੀਏਰ ਲੈ ਪਾਸ। ਆਪਣੇ ਕੋਲ ਜਿਹੜਾ ਕੇਸਰ ਹੈ, 5 ਪੈਸੇ, ਨਾਰੀਅਲ, ਇਹ ਗੁਰਤਾ ਗਦੀ ਦੇ ਚਿੰਨ੍ਹ ਬਾਬਾ ਦਵਾਰਕਾ ਦਾਸ ਜੀ ਨੇ ਮੰਗਵਾ ਲਏ ਸੀ। ਗੁਰਮੁਖ ਗੜੀਆ ਨਿਜ ਸੰਗ ਲੀਨ। ਭਾਈ ਗੜੀਆ ਜੀ ਵੀ ਬਾਬਾ ਦਵਾਰਕਾ ਦਾਸ ਜੀ ਦੇ ਨਾਲ ਹੀ ਅੰਦਰ ਜਾਣ ਵਾਸਤੇ ਤਿਆਰ ਹੋ ਗਏ ਹਨ। ਗਮਨੇ ਸ੍ਰੀ ਗੁਰ ਜਹਾਂ ਅਸੀਨ। ਜੈਸ ਥਾਂ ਤੇ ਬੈਰਾਗ ਦੀ ਮੂਰਤ ਸਤਿਗੁਰੂ ਜੀ ਐਨ ਆਪਣਾ ਚੌਕੜਾ ਮਾਰ ਕੇ ਭੋਰਾ ਸਾਹਿਬ ਦੇ ਵਿੱਚ ਬੈਠੇ ਸਨ। ਪਿਖ ਗੁਰ ਅਮਰ ਅੰਸ਼ ਹਰਖਾਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦੇਖਿਆ ਵੀ ਤੀਸਰੇ ਪਾਤਸ਼ਾਹ ਦੀ ਜਿਹੜੀ ਕੁੱਲ ਸਾਡੇ ਪਾਸ ਚੱਲ ਕਰਕੇ ਆ ਗਈ ਹੈ। ਖਰੇ ਹੋਏ ਮਿਲ ਕੰਠ ਲਗਾਏ। ਆਪ ਮਹਾਰਾਜ ਨੇ ਖੜਿਆ ਹੋ ਕਰਕੇ ਬਾਬਾ ਦਵਾਰਕਾ ਦਾਸ ਜੀ ਨੂੰ ਆਪਣੇ ਕੰਠ ਦੇ ਨਾਲ ਲਗਾਇਆ ਸੀ। ਸਭ ਗ੍ਰਹਿ ਕੁਸ਼ਲ ਬੂਝ ਬੈਠਾਏ। ਪਰਿਵਾਰ ਦੀ ਸੁੱਖ ਸਾਂਝ ਪੁੱਛਦਿਆਂ ਹੋਇਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਾਬਾ ਦਵਾਰਕਾ ਦਾਸ ਜੀ ਨੂੰ ਆਪਣੇ ਬਰਾਬਰ ਬਿਠਾ ਲਿਆ ਹੈ। ਆਦਰ ਕਰ ਬਚ ਮਧੁਰ ਸਹਾਏ। ਪਹਿਲਾਂ ਬੜਾ ਆਦਬ ਸਤਿਕਾਰ ਕੀਤਾ, ਫਿਰ ਸਤਿਗੁਰੂ ਜੀ ਬੜੇ ਆਪਣੇ ਬਚਨ ਬਿਲਾਸ ਕਰਨ ਲੱਗ ਪਏ ਹਨ। ਪਿਖਤ ਦਵਾਰਕਾ ਦਾਸ ਆਨੰਦੇ। ਜਦੋਂ ਬਾਬਾ ਦਵਾਰਕਾ ਦਾਸ ਜੀ ਨੇ ਬੈਰਾਗ ਦੀ ਮੂਰਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦੀਦਾਰ ਕੀਤੇ, ਇਹਨਾਂ ਦੇ ਮਨ ਦੇ ਵਿੱਚ ਵੀ ਬੜਾ ਖੇੜਾ ਪੈਦਾ ਹੋ ਗਿਆ ਸੀ। ਉਸਤਤ ਕੀਨਸ ਗੁਰੂ ਬਿਲੰਦੇ। ਆਪਣੇ ਵੱਲੋਂ ਮਹਾਰਾਜ ਦੀ ਬੜੀ ਵਡਿਆਈ ਬਾਬਾ ਦਵਾਰਕਾ ਦਾਸ ਜੀ ਨੇ ਵੀ ਕੀਤੀ ਹੈ। ਤੁਮ ਜਗ ਤਾਰਨ ਕਾਰਨ ਆਏ। ਫਿਰ ਬਾਬਾ ਦਵਾਰਕਾ ਦਾਸ ਜੀ ਕਹਿਣ ਲੱਗੇ ਮਹਾਰਾਜ ਤੁਹਾਡੀ ਤੋਰਾ ਦਰਗਾਹੋਂ ਜਿਹੜੀ ਹੈ ਡਿਊਟੀ ਅਕਾਲ ਪੁਰਖ ਦੇ ਵੱਲੋਂ ਜੀਵਾਂ ਦੇ ਭਲੇ ਵਾਸਤੇ ਲੱਗੀ ਹੋਈ ਹੈ। ਛਪ ਕੇ ਬੈਠਨ ਕਿਮ ਇਹ ਭਾਏ। ਤੁਸੀਂ ਤਾਂ ਭੋਰਾ ਸਾਹਿਬ ਦੇ ਅੰਦਰ ਹੀ ਛਪ ਕਰਕੇ ਬੈਠ ਗਿਆ। 26 ਸਾਲ 9 ਮਹੀਨੇ ਮਹਾਰਾਜ ਨੇ 13 ਦਿਨ ਉੱਥੇ ਹੀ ਬਤੀਤ ਕਰ ਦਿੱਤਾ ਸੀ। ਅਬ ਹੈ ਸਿੰਘਾਸਨ ਸਜੋ ਵਿਸਾਲ। ਬੜਾ ਲੰਮਾ ਸਮਾਂ 26 ਸਾਲ 9 ਮਹੀਨੇ 13 ਦਿਨ ਕਿਤਨੀ ਘੋਰ ਤਪੱਸਿਆ ਕਰ ਲਈ ਹੈ। ਤੇ ਹੁਣ ਤਾਂ ਤੁਹਾਨੂੰ
ਸਿੰਘਾਸਣ ਦੇ ਉੱਪਰ ਬੈਠਣਾ ਚਾਹੀਦਾ ਹੈ। ਦੇਹ ਦਰਸ ਜਗ ਕਰਹੁ ਨਿਹਾਲ। ਆ ਗੁਰ ਸਿੱਖਾਂ ਨੂੰ ਦਰਸ਼ਨ ਦੇ ਕੇ ਇਹਨਾਂ ਦਾ ਫਿਰ ਕੌਣ ਭਲਾ ਕਰ ਸਕਦਾ ਹੈ। ਇਤਿਆਦਿਕ ਕਹਿ ਬਿਨੈ ਬਡੇਰੀ। ਮਹਾਰਾਜ ਦੇ ਅੱਗੇ ਬਾਰ-ਬਾਰ ਬੇਨਤੀਆਂ ਵੀ ਕੀਤੀਆਂ ਹਨ। ਕੁੰਕਮ ਤਿਲਕ ਕਰਿਓ ਤਿਸ ਬੇਰੀ। 5 ਪੈਸੇ ਨਾਰੀਅਲ ਔਰ ਕੇਸਰ ਜੋ ਵੀ ਸੰਦੌਰ ਇਹ ਮਹਾਰਾਜ ਦੇ ਅੱਗੇ ਵਸਤੂਆਂ ਰੱਖ ਦਿੱਤੀਆਂ ਹਨ। ਪੂਜਾ ਭੇਟ ਨਾਲੀਅਰ ਧਰਿਓ। ਇਸੇ ਤਰ੍ਹਾਂ ਬਹੁਤ ਸਾਰੀ ਮਾਇਆ ਵੀ ਮਹਾਰਾਜ ਦੇ ਅੱਗੇ ਮੱਥਾ ਟੇਕ ਦਿੱਤਾ ਸੀ ਬਾਬਾ ਦਵਾਰਕਾਦਾਸ ਜੀ ਨੇ। ਪੁੰਨ ਸਤਿਗੁਰ ਕੁਛ ਨਹੀਂ ਉਚਰਿਓ। ਇਹ ਵਸਤੂਆਂ ਆਉਣ ਦੇ ਬਾਵਜੂਦ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੋਈ ਵੀ ਜਿਹੜਾ ਵਚਨ ਬਾਬਾ ਦਵਾਰਕਾਦਾਸ ਜੀ ਦੇ ਅੱਗੇ ਨਹੀਂ ਕੀਤਾ ਹੈ। ਕਿਤਕ ਸਿੱਖ ਐਸੀ ਵਿਧ ਹੇਰੀ। ਜਦੋਂ ਇਹ ਵਿਧੀ ਢੰਗ ਤਰੀਕਾ ਕਈ ਗੁਰ ਸਿੱਖਾਂ ਨੇ ਵੀ ਆਪਣੇ ਨੇਤਰਾਂ ਦੇ ਨਾਲ ਸਾਹਮਣੇ ਦੇਖ ਲਿਆ ਸੀ। ਪਰੇ ਚਰਨ ਧਰ ਭੇਟ ਕਨੇਰੀ। ਉਹ ਵੀ ਬੜੀ ਭੇਟਾ ਲੈ ਕਰਕੇ ਮਹਾਰਾਜ ਦੇ ਪਾਸ ਹਾਜ਼ਰ ਹੋ ਗਏ ਹਨ। ਮਾਤ ਨਾਨਕੀ ਭਈ ਆਨੰਦ। ਜਦੋਂ ਮਾਤਾ ਨਾਨਕੀ ਜੀ ਨੇ ਦੇਖਿਆ ਵੀ ਥੋੜੀਆਂ ਜਿਹੀਆਂ ਸੰਗਤਾਂ ਤਾਂ ਹੋਣੇ ਹੀ ਮੇਰੇ ਸਾਹਿਬਜ਼ਾਦੇ ਨੂੰ ਮੱਥਾ ਟੇਕਣ ਲੱਗ ਪਈਆਂ ਹਨ। ਮਨ ਦੇ ਅੰਦਰ ਮਾਤਾ ਜੀ ਦੇ ਬੜਾ ਉਤਸ਼ਾਹ ਵੱਧ ਗਿਆ ਹੈ। ਜਾਚਕ ਦੈ ਕਰ ਦਰਬ ਬਿਲੰਦ। ਉਸ ਵਕਤ ਮਾਤਾ ਜੀ ਨੇ ਬਹੁਤ ਸਾਰੇ ਲੋੜਵੰਦ ਗਰੀਬ ਗੁਰਬਿਆਂ ਨੂੰ ਬੜੀ ਮਾਇਆ ਵੀ ਵੰਡ ਦਿੱਤੀ ਹੈ। ਬਾਰ ਬਾਰ ਜਾਵਤ ਬਲਿਹਾਰੇ। ਆਪਣੇ ਪਿਆਰੇ ਲਾਲ ਤੋਂ ਮਾਤਾ ਜੀ ਵੀ ਬਲਿਹਾਰ ਕੁਰਬਾਨ ਜਾਂਦੇ ਹਨ। ਸੁਤ ਸ਼ੋਭਾ ਕੋ ਅਦਕ ਨਿਹਾਰੇ। ਜਦੋਂ ਦੇਖਿਆ ਵੀ ਅੱਗੇ ਤਾਂ ਮਹਾਰਾਜ ਇਕੱਲੇ ਹੀ ਭੋਰਾ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਸਮਾਧੀ ਲਗਾ ਕਰਕੇ ਬੈਠੇ ਰਹਿੰਦੇ ਸੀ। ਅੱਜ ਪਹਿਲੇ ਹੀ ਦਿਨ ਹੈ। ਫਿਰ ਵੀ ਥੋੜ੍ਹੇ ਜਿਹੇ ਜਿਹੜੇ ਗੁਰਮੁਖ ਮੇਰੇ ਸਾਹਿਬਜ਼ਾਦੇ ਦਾ ਦਰਸ਼ਨ ਕਰਨ ਦੇ ਲਈ ਪਹੁੰਚ ਗਏ ਹਨ। ਪ੍ਰੇਮੀ ਸਿੱਖ ਸ਼ਰਧਾ ਜਿਨ ਆਈ। ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਭਾਵਨਾ ਪੈਦਾ ਹੋ ਗਈ ਸੀ। ਕੇਤ ਕਿਆਵਤ ਗੁਰ ਸ਼ਰਨਾਈ। ਉਹ ਫਿਰ ਆਪਣੀ ਭੇਟਾ ਮਹਾਰਾਜ ਦੇ ਅੱਗੇ ਲਿਆ ਕਰਕੇ ਰੱਖਣ ਲੱਗ ਪਏ ਹਨ। ਧਨੀ ਮਸੰਦ ਮਹਾ ਅਭਿਮਾਨੀ। ਪਰ ਜਿਹੜੇ ਹੁਣ ਬਹੁਤ ਵੱਡੇ ਵੱਡੇ ਅਮੇਰਤ ਨਾੜ ਮਸੰਦ ਜਿਨ੍ਹਾਂ ਦੇ ਮਨ ਦੇ ਵਿੱਚ ਤਾਂ ਮਾਇਆ ਦਾ ਬੜਾ ਹੰਕਾਰ ਪੈਦਾ ਹੋ ਚੁੱਕਿਆ ਸੀ। ਨਹਿ ਮਾਨੀ ਮਹਿਮਾ ਅਗਿਆਨੀ। ਜਿਹੜੇ ਆਪ ਹੀ ਅਗਿਆਨੀ ਨੇ ਉਹਨਾਂ ਨੇ ਫਿਰ ਸਤਿਗੁਰੂ ਜੀ ਦੀ ਮਹਿਮਾ ਨੂੰ ਕਿਵੇਂ ਪਹਿਚਾਨਣਾ ਹੈ। ਜਾਂ ਤੇ ਦੇਸ਼ ਵਿਦੇਸ਼ਨ ਸੰਗਤ। ਇਸੇ ਕਰਕੇ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਦਾ ਦੌਰ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਪ੍ਰੇਮੀ ਹਨ। ਲਹੀ ਨਾ ਗੁਰੂ ਪ੍ਰੇਮ ਕੀ ਰੰਗਤ। ਜਿਨ੍ਹਾਂ ਨੂੰ ਅਜੇ ਤੱਕ ਇਹੋ ਜਿਹਾ ਕੋਈ ਪ੍ਰੇਮ ਦਾ ਰੰਗ ਜਿਹੜਾ ਨਹੀਂ ਚੜਿਆ ਸੀ। ਸਕਲ ਮਸੰਦਨ ਦਿਸ਼ਾ ਨਿਹਾਰੈ। ਜਿਹੜੇ ਭੋਲੇ ਪਾਲੇ ਗੁਰ ਸਿੱਖ ਪ੍ਰੇਮੀ ਜੋ ਵੀ ਸੰਗਤਾਂ ਇੱਥੇ ਆਪਣੇ ਤੰਬੂ ਲਗਾ ਕਰਕੇ ਬੈਠੇ ਸਨ ਉਹਨਾਂ ਦੀ ਨਿਗਾਹ ਵੱਡੇ ਵੱਡੇ ਮਸੰਦਾਂ ਦੇ ਉੱਪਰ ਵੀ ਲੱਗੀ ਹੋਈ ਹੈ। ਜਿਸ ਦਿਸ਼ ਹੋਏ ਇਹ ਸੋ ਜਸ ਉਚਾਰੈ। ਉਹ ਕਹਿੰਦੇ ਨੇ ਵੀ ਜੈ ਦੇ ਵਾਲ ਸਾਨੂੰ ਮਸੰਦਾਂ ਨੇ ਮੱਥਾ ਟੇਕਣ ਵਾਸਤੇ ਕਹਿ ਦੇਣਾ ਹੈ। ਸੋ ਗੁਰ ਹੋਵਤ ਹਮ ਤਿਹ ਮਾਨੈ। ਅਸੀਂ ਤਾਂ ਗੁਰਤਾ ਗਦੀ ਦਾ ਮਾਲਕ ਉਹਨੂੰ ਮੰਨਾਂਗੇ ਜਿਹਨੂੰ ਮਸੰਦਾਂ ਨੇ ਆਪਣੇ ਮੂੰਹ ਤੋਂ ਇੱਕ ਵਾਰੀ ਕਹਿ ਦੇਣਾ ਵੀ ਇਹ ਗੁਰਤਾ ਗਦੀ ਦਾ ਮਾਲਕ ਬਣਿਆ ਹੋਇਆ ਹੈ। ਅਰਪਨ ਸਰਬ ਉਪਾਇਨ ਠਾਨੈ। ਉਸ ਸਾਡੀ ਸਾਹਿਬਜ਼ਾਦੇ ਦੇ ਅੱਗੇ ਜਾ ਕਰਕੇ ਅਸੀਂ ਆਪਣੀ ਭੇਟਾ ਅਰਪਣ ਕਰ ਦੇਣੀ ਹੈ ਜਿਹਦਾ ਨਾਂ ਮਸੰਦਾਂ ਨੇ ਆਪਣੀ ਰਸਨਾ ਤੋਂ ਕਹਿ ਦੇਣਾ ਹੈ। ਗ੍ਰਾਮ ਬਕਾਲੇ ਕੇ ਚਾਹ ਫੇਰੇ। ਬਾਬੇ ਬਕਾਲੇ ਦੇ ਚਾਰੇ ਪਾਸੇ ਸੰਗਤਾਂ ਨੇ ਵੱਡੇ ਵੱਡੇ ਆਪਣੇ
ਤੰਬੂ ਲਗਾਏ ਹੋਏ ਸੀ। ਜਹ ਕਹਿ ਪਰੇ ਸੰਗਤਾਂ ਡੇਰੇ। ਥਾਂ ਥਾਂ ਤੇ ਵੱਡੇ ਵੱਡੇ ਡੇਰੇ ਗੁਰ ਸਿੱਖ ਪ੍ਰੇਮੀਆਂ ਨੇ ਆਪਣੋ ਆਪਣੇ ਲਗਾਏ ਹੋਏ ਹਨ। ਜੋ ਜੋ ਜਿਸ ਜਿਸ ਦੇਸ਼ ਮਸੰਦ। ਜੋ ਵੀ ਮਸੰਦ ਜਿਹੜੇ ਜਿਹੜੇ ਇਲਾਕੇ ਦੇ ਵਿੱਚੋਂ ਸੰਗਤਾਂ ਨੂੰ ਆਪਣੇ ਨਾਲ ਲੈ ਕਰਕੇ ਆਏ ਸੀ। ਸੰਗਤ ਤਹਿ ਤਹਿ ਤਿਸਹਿ ਮਿਲੰਦ। ਉਹ ਜਿਹੜੇ ਵੱਡੇ ਵੱਡੇ ਮਸੰਦ ਜਿਨ੍ਹਾਂ ਦੇ ਨਾਲ ਕੋਈ ਹਿੱਸਾ ਪੱਤੀ ਕੀਤੀ ਹੁੰਦੀ ਹੈ, ਉਸੇ ਵੇਲੇ ਸੋਢੀ ਸਾਹਿਬਜ਼ਾਦੇ ਨੂੰ ਜਾ ਕਰਕੇ ਮਿਲਾ ਦਿੰਦੇ ਹਨ। ਪਰਖੈ ਗੁਰੂ ਨਿਮਿਤ ਸਭ ਮਾਹੀ। ਸਾਰੀਆਂ ਸੰਗਤਾਂ ਪੂਰੇ ਗੁਰੂ ਦੀ ਪਰਖਣਾ ਤਾਂ ਜ਼ਰੂਰ ਕਰਨੀ ਚਾਹੁੰਦੇ ਨੇ, ਪਰ ਇਤਨੀ ਬੁੱਧੀ ਇਤਨੀ ਮਤ ਕਿਹਦੇ ਕੋਲ ਹੈ ਵੀ ਕਾਮਲ ਗੁਰੂ ਦੀ ਕੋਈ ਪਰਖ ਵੀ ਕਰ ਲਏਗਾ। ਭਰਮਤ ਭੂਲੇ ਭਟਕਾਂ ਖਾਹੀ। ਜਿਹੜੇ ਸੇਵਕ ਦਾਸ ਮਸੰਦਾਂ ਦੇ ਅਧੀਨ ਹੋ ਚੁੱਕੇ ਹਨ, ਉਹ ਵਿਚਾਰੇ ਉਸੇ ਤਰ੍ਹਾਂ ਥਾਂ ਥਾਂ ਤੇ ਬੜੀਆਂ ਕੁੰਮੜ ਘੇਰੀਆਂ ਦੇ ਵਿੱਚ ਪੈ ਚੁੱਕੇ ਹਨ। ਕੇਤਕ ਦਿਵਸ ਦਵਾਰਕਾ ਦਾਸ। ਪੂਜਾ ਕਾ ਦਿਨ ਬਾਬਾ ਦਵਾਰਕਾ ਦਾਸ ਜੀ ਨੇ ਮਹਾਰਾਜ ਦੇ ਪਾਸ ਰਹਿ ਕਰਕੇ ਬਤੀਤ ਵੀ ਕੀਤੇ ਹਨ। ਬਸਤ ਭਇਓ ਸ੍ਰੀ ਸਤਿਗੁਰ ਪਾਸ। ਕਾਫੀ ਰੋਜ਼ ਇਹਨਾਂ ਨੇ ਸਤਿਗੁਰੂ ਜੀ ਦੇ ਉਸ ਨਿੱਕੇ ਜਿਹੇ ਅਸਥਾਨ ਤੇ ਰਹਿ ਕਰਕੇ ਜਦੋਂ ਉਹ ਗੁਜ਼ਾਰ ਦਿੱਤੇ ਹਨ। ਬੋਲੇ ਹੈ ਕਬ ਕਬ ਤਿਸਕੇ ਸਾਥ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਦੇ ਕਦੇ ਬਾਬਾ ਦਵਾਰਕਾ ਦਾਸ ਜੀ ਦੇ ਨਾਲ ਬਹੁਤ ਹੀ ਘੱਟ ਬਚਨ ਕਰਿਆ ਕਰਦੇ ਸੀ। ਸਾਰ ਅਸਾਰ ਸੁਨਾਵਹਿ ਨਾਥ। ਫਿਰ ਵੀ ਮਹਾਰਾਜ ਨੇ ਤੱਥ ਮਿਥਿਆ ਦੇ ਜਿਹੜੇ ਬਚੇ ਨਹੀਂ ਆਪਣੀ ਰਸਨਾ ਤੋਂ ਬਾਬਾ ਦਵਾਰਕਾ ਦਾਸ ਜੀ ਦੇ ਨਾਲ ਕਰਨੇ ਵੀ। ਤਾਂ ਸਾਰਾ ਸੰਸਾਰ ਅਸਤ ਜੜ ਔਰ ਦੁੱਖ ਰੂਪ ਹੈ। ਇਹੋ ਜਿਹੇ ਬਚਨ ਬੈਰਾਗ ਦੇ ਹੀ ਸਤਿਗੁਰੂ ਜੀ ਬਾਬਾ ਦਵਾਰਕਾ ਦਾਸ ਜੀ ਦੇ ਪਾਸ ਕਰਿਆ ਕਰਦੇ ਸਨ। ਕੋਈ ਵੀ ਇਹੋ ਜਿਹੀ ਵਿਚਾਰ ਧਾਰਾ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਕਦੇ ਵੀ ਰਸਨਾ ਤੋਂ ਨਹੀਂ ਕੀਤੀ ਹੈ। ਨਾਹੀਂ ਤਾਂ ਮੋਨ ਰਹਿ ਹੈ ਗੁਰ ਸਦਾ। ਨਹੀਂ ਤਾਂ ਫਿਰ ਸਤਿਗੁਰੂ ਜੀ ਉਸੇ ਤਰ੍ਹਾਂ ਨਾਲ ਜ਼ਿਆਦਾ ਟਾਈਮ ਮੌਨ ਧਾਰਨ ਕਰਕੇ ਆਪਣੇ ਭਜਨ ਦੇ ਵਿੱਚ ਹੀ ਲੀਨ ਰਿਹਾ ਕਰਦੇ ਸੀ। ਪ੍ਰੇਮ ਵਿਰਾਗ ਕਥਹਿ ਜਦ ਕਦਾ। ਪਰ ਜਦੋਂ ਵੀ ਬਚਨ ਕਰਨਾ ਉਸੇ ਬਾਤ ਬੈਰਾਗ ਔਰ ਜਾਂ ਫਿਰ ਪ੍ਰੇਮ ਦੀ ਵਿਚਾਰ ਬਾਬਾ ਦਵਾਰਕਾ ਦਾਸ ਜੀ ਦੇ ਨਾਲ ਕਰਨ ਲੱਗ ਜਾਂਦੇ ਸਨ। ਬ੍ਰਹਮ ਗਿਆਨ ਕੀ ਤਰਨ ਸੁਹਾਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬੜੇ ਹੋ ਜਾਏ ਬ੍ਰਹਮ ਗਿਆਨ ਦੇ ਬਚਨ ਬਾਬਾ ਦਵਾਰਕਾ ਦਾਸ ਜੀ ਨੂੰ ਆਪਣੇ ਵੱਲੋਂ ਸੁਣਾਉਣ ਲੱਗ ਜਾਂਦੇ ਸਨ। ਭਗਤ ਕਿਰਨ ਜਿਸ ਪਰ ਪਰ ਜਾਏ। ਵੇ ਜੈ ਦੇ ਉੱਪਰ ਭਗਤੀ ਰੂਪੀ ਕਿਰਨਾਂ ਕਿਤੇ ਪੈ ਜਾਂਦੀਆਂ ਹਨ। ਭਰਮ ਤਿਮਰ ਕੋ ਤੁਰਤ ਬਿਨਾਸ ਹੈ। ਜਿਨ੍ਹਾਂ ਸੇਵਕਾਂ ਦਾਸਾਂ ਦੇ ਉੱਪਰ ਇਹੋ ਜਿਹੀਆਂ ਇਹ ਭਗਤੀ ਰੂਪੀ ਕਿਤੇ ਕਿਰਨਾਂ ਪੈ ਗਈਆਂ, ਉਹਨਾਂ ਦੇ ਮਨ ਦੇ ਵਿੱਚੋਂ ਜਿਹੜਾ ਪਰਮ ਰੂਪੀ ਅੰਧੇਰਾ ਉਸੇ ਵਕਤ ਨਾਸ ਹੋ ਜਾਂਦਾ ਸੀ। ਪ੍ਰਭ ਕੋ ਪ੍ਰੇਮ ਸੋ ਹਿਰਦੈ ਪ੍ਰਕਾਸ਼ ਹੈ। ਉਸੇ ਵਕਤ ਜਗਿਆਸੂਆਂ ਦੇ ਕਠੋਰ ਹਿਰਦਿਆਂ ਦੇ ਅੰਦਰ ਉਸ ਪਰਮਾਤਮਾ ਦਾ ਜਿਹੜਾ ਪਿਆਰ ਪੈਦਾ ਹੋ ਜਾਂਦਾ ਸੀ। ਸ੍ਰੀ ਗੁਰ ਦਰਬ ਬ੍ਰਿੰਦ ਕੋ ਲੈ ਕੇ। ਜਦੋਂ ਬਾਬਾ ਦਵਾਰਕਾ ਦਾਸ ਜੀ ਨੂੰ ਰਹਿੰਦੇ ਹੋਇਆ ਕਈ ਦਿਨ ਬਤੀਤ ਹੋ ਚੁੱਕੇ ਹਨ। ਸਰਬ ਦਵਾਰਕਾ ਦਾਸ ਹੈ ਦੈ ਕੈ। ਜਿਹੜੀ ਕੋਈ ਮਾਇਆ ਸੇਵਕਾਂ ਦਾਸਾਂ ਦੇ ਵੱਲੋਂ ਆਉਂਦੀ ਹੈ ਚੱਕ ਕਰਕੇ ਸਤਿਗੁਰੂ ਜੀ ਬਾਬਾ ਦਵਾਰਕਾ ਦਾਸ ਜੀ ਦੇ ਅੱਗੇ ਮੱਥਾ ਟੇਕ ਦਿੰਦੇ ਹਨ। ਸਾਦਰ ਵਿਦਾ ਕਰਿਓ ਕਰ ਗਇਓ। ਜਦੋਂ ਬਾਬਾ ਦਵਾਰਕਾ ਦਾਸ ਜੀ ਵਾਪਸ ਜਾਣ ਦੇ ਲਈ ਤਿਆਰ ਹੋਏ, ਮਹਾਰਾਜ ਨੇ ਵੀ ਬਹੁਤ ਹੀ ਜ਼ਿਆਦਾ ਅਦਬ ਸਤਿਕਾਰ ਦੇ ਸਹਿਤ ਬਸਤਰ ਵੀ
ਮਾਇਆ ਵੀ ਬਾਬਾ ਦਵਾਰਕਾ ਦਾਸ ਜੀ ਨੂੰ ਦੇ ਕਰਕੇ ਵਿਦਾ ਕੀਤਾ ਹੈ। ਗੜੀਆ ਗੁਰ ਢਿਗ ਰਹਿਤੋ ਭਇਓ। ਭਾਈ ਗੜੀਆ ਜੀ ਇਹ ਮਹਾਰਾਜ ਦੇ ਪਾਸ ਹੀ ਰਹਿਣ ਲੱਗ ਪਏ ਹਨ। ਪੁੰਨ ਸ੍ਰੀ ਤੇਗ ਬਹਾਦਰ ਦਿਆਲ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਦਿਆਲੋ ਨੇ, ਬੜੇ ਕਿਰਪਾਲੂ ਹਨ। ਇਸ ਬਿਦ ਕਿਤਕ ਬਿਤਾਇਓ ਕਾਲ। ਇਸੇ ਤਰ੍ਹਾਂ ਗੋਵਤ ਰਹਿੰਦੇ ਹੋਇਆਂ ਹੋਰ ਥੋੜ੍ਹਾ ਜਿਹਾ ਟਾਈਮ ਜਦੋਂ ਦੀਨ ਦੁਨੀਆ ਦੇ ਮਾਲਕ ਨੇ ਭੋਰਾ ਸਾਹਿਬ ਦੇ ਵਿੱਚ ਹੀ ਬੈਠ ਕਰਕੇ ਬਤੀਤ ਕੀਤਾ ਸੀ। ਦੋਹਰਾ ਗੁਰਤਾ ਮਹਿ ਰੌਰਾ ਪਰਿਓ ਠੀਕ ਨਹੀਂ ਠਹਿਰਾਏ। ਗੁਰਤਾ ਗਦੀ ਦੇ ਵਿੱਚ ਚਾਰੇ ਪਾਸੇ ਬੜਾ ਹੀ ਰੌਲਾ ਗੌਲਾ ਵੱਧ ਚੁੱਕਿਆ ਹੈ। ਸਕਲ ਸਿੱਖਿਆ ਸੰਗਤ ਹਿਰਦੈ ਚਹਿਤ ਗੁਰੂ ਬਿਦਤਾਏ। ਸਾਰੇ ਜਿਹੜੇ ਪ੍ਰੇਮੀ ਸੰਗਤਾਂ ਸੱਚੇ ਗੁਰੂ ਨੂੰ ਪ੍ਰਗਟ ਤਾਂ ਜ਼ਰੂਰ ਕਰਨਾ ਚਾਹੁੰਦੀਆਂ ਹਨ, ਪਰ ਅਜੇ ਤੱਕ ਕਾਮਲ ਗੁਰੂ ਦੇ ਬਾਰੇ ਕਿਸੇ ਨੂੰ ਵੀ ਕੋਈ ਪਤਾ ਨਹੀਂ ਲੱਗ ਰਿਹਾ ਸੀ। ਜਿੱਧਰਲੇ ਪਾਸੇ ਸੰਦ ਸੰਗਤਾਂ ਨੂੰ ਪ੍ਰੇਰ ਕਰਕੇ ਲੈ ਜਾਂਦੇ ਹਨ। ਚੌਪਈ ਮੱਖਣ ਸ਼ਾਹੋ ਏਕ ਸਿੱਖ ਭਾਰਾ। ਇੱਕ ਭਾਈ ਮੱਖਣ ਸ਼ਾਹ ਲੋਵਾਣਾ ਗੌਰ ਸਿੱਖ, ਇਹ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਆਪਣਾ ਵਪਾਰ ਕਰਿਆ ਕਰਦਾ ਸੀ। ਜ਼ਿਲ੍ਹਾ ਜੇਹਲਮ ਟਾਂਡਾ ਨਗਰ ਦੇ ਵਿੱਚ ਭਾਈ ਮੱਖਣ ਸ਼ਾਹ ਲੋਵਾਣਾ ਜੀ ਰਹਿਣ ਵਾਲੇ ਸਨ। ਗੁਰ ਸਿੱਖੀ ਕੋ ਮਹਿਦ ਆਧਾਰਾ। ਇਸ ਨੇ ਗੁਰ ਸਿੱਖੀ ਨੂੰ ਵੀ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੋਇਆ ਸੀ। ਕਰ ਸੌਦਾ ਬਹੁ ਚੜਿਓ ਜਹਾਜ। ਇਹ ਕਈ ਦਫਾ ਹਿੰਦੁਸਤਾਨ ਦੇ ਵਿੱਚ ਵੱਡਾ ਜਹਾਜ਼ ਸਮਾਨ ਦਾ ਭਰ ਕੇ ਇਹਨੇ ਕਦੇ ਸੰਗਲਾਦੀਪ ਔਰ ਬਾਹਰਲੇ ਟਾਪੂਆਂ ਦੇ ਵੱਲ ਵੀ ਜਾਇਆ ਕਰਦਾ ਸੀ। ਅਨਕ ਵਸਤ ਲੈ ਵਣਜਨ ਕਾਜ। ਭਾਈ ਲੱਖਾ ਮੱਖਣ ਸ਼ਾਹ ਲਵਾਣੇ ਨੇ ਬੜੀਆਂ ਵਸਤੂਆਂ ਜਹਾਜ਼ਾਂ ਦੇ ਵਿੱਚ ਲੱਦ ਕਰਕੇ ਬਾਹਰ ਹੋਏ ਟਾਪੂਆਂ ਦੇ ਵਿੱਚ ਲਾ ਜਾਣੀਆਂ। ਉਧਰੋਂ ਸਮਾਨ ਲਿਆ ਕਰਕੇ ਫਿਰ ਹਿੰਦੁਸਤਾਨ ਦੇ ਵਿੱਚ ਵੀ ਬੜਾ ਵੇਚਿਆ ਕਰਦਾ ਸੀ। ਦੇਸ਼ਾਂਤਰ ਮਹਿ ਵੇਚਿਓ ਜਾਏ। ਸਾਰਾ ਜਿਹੜਾ ਸਾਮਾਨ ਭਾਈ ਮੱਖਣ ਸ਼ਾਹ ਲਵਾਣੇ ਨੇ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਆਪਣਾ ਵੇਚ ਦਿੱਤਾ ਹੈ। ਤੈਂ ਕੀ ਵਸਤ ਖਰੀਦ ਕਰਾਏ। ਉਤੋਂ ਬੜੀਆਂ ਕੀਮਤੀਆਂ ਜਿਹੜੀਆਂ ਵਸਤੂਆਂ ਖਰੀਦ ਕਰਕੇ ਫਿਰ ਇਹਨੇ ਭਾਰਤ ਦੇ ਵਿੱਚ ਆ ਕਰਕੇ ਆਪਣਾ ਵੱਡੇ ਵੱਡੇ ਵਪਾਰੀਆਂ ਦੇ ਪਾਸ ਵੇਚ ਦਿੰਦਾ ਸੀ। ਧਰ ਜਹਾਜ ਪਰ ਹਟਿਓ ਬਹੋਰ। ਜ਼ਿਆਦਾ ਭਾਈ ਮੱਖਣ ਸ਼ਾਹ ਲੋਵਾਣਾ ਜੀ ਆਪਣਾ ਇਹਨਾਂ ਸਮਾਨ ਦਾ ਜਹਾਜ਼ ਭਰ ਕੇ ਵਾਪਸ ਮੁੜਨ ਲੱਗੇ ਹਨ। ਬੀਚ ਸਮੁੰਦਰ ਜਹਾਂ ਜਲ ਘੋਰ। ਹੁਣ ਜਿੱਥੇ ਸਮੁੰਦਰ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਫੈਲਿਆ ਹੋਇਆ ਸੀ, ਉਹਨਾਂ ਸਮਿਆਂ ਦੇ ਵਿੱਚ ਅਜੇ ਤੱਕ ਜਿਹੜੀ ਤਕਨੀਕ ਨੇ ਜ਼ਿਆਦਾ ਤਰੱਕੀ ਤਾਂ ਨਹੀਂ ਕੀਤੀ ਹੋਈ ਸੀ। ਜਿਹੜੇ ਸਮੁੰਦਰੀ ਜਹਾਜ਼ ਵੱਡੇ ਵੱਡੇ ਵਰਦਾਨਾਂ ਦੇ ਨਾਲ ਚੱਲਿਆ ਕਰਦੇ ਸਨ, ਵੀ ਉਹਦੇ ਅੱਗੇ ਬਹੁਤ ਵੱਡਾ ਕੱਪੜਾ ਤਾਣ ਕਰਕੇ ਬੰਨ੍ਹ ਦੇਣਾ। ਜਿਹੜੇ ਚਲਾਉਣ ਵਾਲੇ ਮਲਾ ਉਹ ਵੀ ਹਵਾ ਦੇ ਵੇਗ ਦੇ ਨਾਲ ਇਸ ਜਹਾਜ਼ ਨੂੰ ਅੱਗੇ ਤੋਂ ਅੱਗੇ ਸਮੁੰਦਰਾਂ ਦੇ ਵਿੱਚ ਲਿਜਾਇਆ ਕਰਦੇ ਸੀ। ਅੱਜ ਕੱਲ੍ਹ ਸਾਇੰਸ ਬੜੀ ਤਰੱਕੀ ਕਰ ਚੁੱਕੀ ਹੈ। ਇਤਨੇ ਵੱਡੇ ਵੱਡੇ ਸਮੁੰਦਰੀ ਜਹਾਜ਼ ਬਣ ਵੀ ਚੁੱਕੇ ਹਨ। ਉਹਨਾਂ ਦਾ ਤਾਂ ਰਾਹ ਦੇ ਵਿੱਚ ਰੋਕਣ ਦਾ ਕੋਈ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕਿਤੇ ਰੁਕ ਜਾਣ। ਪਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਮੁੰਦਰੀ ਜਹਾਜ਼ ਵਰਦਾਨਾਂ ਦੇ ਨਾਲ ਚੱਲਿਆ ਕਰਦੇ ਸਨ, ਹੁਣ ਜਿਸ ਪ੍ਰਕਾਰ ਮੱਖਣ ਸ਼ਾਹ ਲੋਵਾਣੇ ਦਾ ਜਿਹੜਾ ਜਹਾਜ਼ ਚਲਦਿਆਂ ਔਰ ਰੇਤੇ ਦੇ ਵਿੱਚ ਖੁੱਭਣਾ, ਉਸ ਪਰ ਸੰਧੀ ਵਿਚਾਰ ਕੇ ਕੀਤੀ ਜਾਏਗੀ। ਇਉਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ
ਗੁਰਤਾ ਗਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨ ਦੁਆਰਾ ਬੜ ਭਾਗਿਆ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਤਰ ਜਹਾਜ ਪਰ ਹਟਿਓ ਬਹੋਰ, ਬੀਚ ਸਮੁੰਦਰ ਜਹਾਂ ਜਲ ਘੋਰ। ਤਰ ਜਹਾਜ ਪਰ ਹਟਿਓ ਬਹੋਰ, ਬੀਚ ਸਮੁੰਦਰ ਜਹਾਂ ਜਲ ਘੋਰ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ, ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ। ਤਾ